ਸਤਿ ਸ਼੍ਰੀ ਅਕਾਲ ਦੋਸਤੋ, मैं दलजीत अजनोहा। साडी समय समय ते कोशिश होंदी है कि असी उस व्यक्ति नूं अपने जिहड़े साडे दर्शक आ उन्हां दे रूबरू करिए जिहड़े लोग जनहित दा काम करदे आ, लोगां लई गल करदे आ, आवाम दी गल करदे आ, उन्हां दे जिहड़ी दुख तकलीफ दे विच सांझी हो के शरीक हो के उन्हां दा समाधान करदे आ। सो इसे लड़ी दे तहत अज पहुंचे हां असीं हुशियारपुर विखे। हुशियारपुर दे जिहड़े बहुत ही जिहड़े प्रसिद्ध लोगां दी आवाम दी सेवा दे पुंज मन्ने जांदे बरिंदर प्रहार जी। पिछले समय तो असी उन्होंने बारे सुनिया सीगे वो लोग वो जिहड़े बरिंदर प्रहार जी आ उन्होंने लोगों नूं जिहड़े घर बना के दिंदे ने, जिहड़े लोग घरां तों बेघर ने, बेआसरे ने, ते बहुत सारे लोग उन्हां दी रहण दी जिहड़ी समस्या आउंदी आ ते नाल दी नाल वो काफ़ी होर सोशल काम भी करदे आ। अज सारी विस्तार ते जानकारी असी उन्हां दे लवांगे ते नाल दी नाल उन्हां तों होर भी वख-वख समय ते कीते जा रहे कामां बारे भी जानकारी जरूर लवां। बरिंदर प्रहार जी, तुहाडा स्वागत है जी फास्ट टुडे खबरनामा जलंधर ते जी। थैंक यू जी, सत श्री अकाल साਰਿਆਂ ਨੂੰ। बरिंदर प्रहार जी, तुसी सारे दर्शकों को ये दसो भी ये जिहड़ा तुसी होम फॉर होमलैस जिहड़ी आ मुहिम ਉਹਦੇ ਤੁਸੀਂ प्रेजिडेंट हो, ये कदों तो शुरू की तो किस तरह ਤੁਹਾਡੇ दिमाग ਦੇ ਵਿੱਚ आई ये जिहड़ी योजना है? ਇਹ ਕੋਈ ਪਲਾਨਡ ਢੰਗ ਨਾਲ ਨਹੀਂ ਕੀਤੀ ਕਿਸੇ ਨੇ। ਮੈਨੂੰ 2018 ਦੀ ਗੱਲ ਹੈ ਕਿ ਇੱਕ ਸੰਸਥਾ ਨੇ ਮੈਨੂੰ ਇਨਵਾਈਟ ਕੀਤਾ ਸੀ ਕਿ ਪਿੰਡ ਅੱਜੋਵਾਲ ਹੁਸ਼ਿਆਰਪੁਰ ਦੇ ਨਾਲ ਹੀ ਹੈ ਸ਼ਹਿਰ ਦੇ, ਉੱਥੇ ਇੱਕ ਝੌਂਪੜੀਆਂ ਦੇ ਵਿੱਚ ਬਸਤੀ ਹੈਗੀ, ਝੌਂਪੜੀਆਂ ਦੇ ਸਾਰੇ 200-250 ਪਰਿਵਾਰ ਉੱਥੇ ਰਹਿੰਦੇ ਆ ਤੇ ਤੁਸੀਂ ਉਹਨਾਂ ਦੀ ਹੈਲਪ ਕਰਨ ਆਓ। ਤੇ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਉਸ ਨਾਲੋਂ ਭੈੜੀ ਥਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਸਲਮ ਗੈਟੋ ਜਿਹਨੂੰ ਕਹਿ ਲਈਏ ਉਹ ਜਿਹੀ ਬਸਤੀ ਹੈ ਨਹੀਂ ਕੋਈ। ਸਾਰੇ ਹੀ ਪਰਿਵਾਰ ਉੱਥੇ 7-7, 8-8 ਬੱਚੇ ਇੱਕ ਝੌਂਪੜੀ ਕੱਖ-ਕਾਨਿਆਂ ਦੀ ਦੇ ਵਿੱਚ ਰਹਿ ਰਹੇ ਆ। ਤੇ ਜਦੋਂ ਇੱਕ ਬਹੁਤ ਹੀ 10 ਸਾਲ ਦਾ ਬੱਚਾ ਪਿਆਰਾ ਮੈਂ ਦੇਖਿਆ ਉਹਨੂੰ ਤੇ ਬੜਾ ਪ੍ਰਭਾਵਿਤ ਹੋਇਆ। ਮੈਂ ਕਿਹਾ ਤੂੰ ਵੀ ਇੱਥੇ ਰਹਿੰਦਾ? ਕਹਿੰਦਾ ਹਾਂਜੀ ਮੈਂ ਵੀ ਇੱਥੇ ਰਹਿੰਦਾ। ਕਿਹਾ ਘਰ ਦਿਖਾ ਆਪਣਾ। ਉਹਨੇ ਜਦੋਂ ਘਰ ਦਿਖਾਇਆ ਤੇ ਇੱਕ ਕੱਖ-ਕਾਨਿਆਂ ਦੀ ਕੁੱਲੀ ਦੇ ਵਿੱਚ 6 ਭੈਣ ਭਰਾ ਤੇ 2 ਉਹਨਾਂ ਦੇ ਮਾਂ-ਬਾਪ ਰਹਿ ਰਹੇ ਸੀ। ਤੇ ਉਹਨੂੰ ਦੇਖ ਕੇ ਮੇਰਾ ਮਨ ਪਿਘਲਿਆ। ਕੁਦਰਤ ਵੱਲੋਂ ਮੈਨੂੰ ਆਵਾਜ਼ ਆਈ ਕਿ ਹੋਰ ਵੀ ਇੰਨੇ ਖਰਚੇ ਕਰਦੇ ਹੀ ਆ ਕਿ ਇਹਦਾ ਕਿਉਂ ਨਾ ਮੈਂ ਇਸ ਬੱਚੇ ਦਾ ਘਰ ਬਣਾ ਦਿਆਂ। ਤੇ ਫਿਰ ਅਗਲੇ ਮਹੀਨੇ 1.5 ਮਹੀਨੇ ਦੇ ਵਿੱਚ ਮੈਂ ਉਹਨਾਂ ਨੂੰ ਇੱਕ ਕਮਰਾ ਡੈਂਟਰ ਪਾ ਕੇ ਤੇ ਨਾਲ ਕਿਚਨ ਵਗੈਰਾ ਬਣਾ ਕੇ ਉਹਨਾਂ ਨੂੰ ਦੇ ਦਿੱਤਾ ਸੀ। ਤੇ ਉਹ ਪਹਿਲਾ ਘਰ ਸੀ। ਤੇ ਉਸ ਤੋਂ ਬਾਅਦ ਹੋਰ ਵੀ ਕਈ ਲੋੜਵੰਦ ਵਿਅਕਤੀ ਫਿਰ ਜਿਸ 'ਤੇ ਮੈਂ ਦੇਖਿਆ ਕਿ ਉਹ ਜ਼ਿਆਦਾ ਵਿਧਵਾ ਔਰਤਾਂ ਸੀਗੀਆਂ ਜਿਨ੍ਹਾਂ ਦੇ ਅਸੀਂ ਘਰ ਬਣਾਏ ਜਾਂ ਬਾਜ ਬੰਦੇ ਆ ਜਿਹੜੇ, ਉਹ ਉਹਨਾਂ ਨੇ ਵੀ ਬੇਨਤੀ ਕੀਤੀ, ਮੈਨੂੰ ਰਿਕੁਐਸਟ ਕੀਤੀ ਕਿ ਤੁਸੀਂ ਸਾਡੀ ਵੀ ਹੈਲਪ ਕਰੋ। ਤੇ 5 ਕੁ ਘਰ ਮੈਂ ਉੱਥੇ ਫਿਰ ਆਪ ਆਪਣੇ ਪੈਸੇ ਨਾਲ ਸ਼ੁਰੂ ਕਰਵਾਏ ਤੇ ਬਣਾਏ। ਉਹਨਾਂ ਨੂੰ ਕਿਸੇ ਤੋਂ ਮੈਂ ਹੈਲਪ ਨਹੀਂ ਮੰਗੀ ਪਹਿਲੇ ਸ਼ੁਰੂ ਦੇ ਵਿੱਚ। ਇਹਨੂੰ ਮੈਂ ਸੋਸ਼ਲ ਮੀਡੀਆ 'ਤੇ ਪ੍ਰਮੋਟ ਕੀਤਾ ਇਸ ਪ੍ਰੋਜੈਕਟ ਨੂੰ। ਨਿਊਜ਼ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਹੀ ਜ਼ਿਆਦਾ ਯੋਗਦਾਨ ਰਿਹਾ, ਜਿਸ ਨੂੰ ਸ਼ੇਅਰ ਕਰਕੇ ਕਿ ਦੂਜੇ ਸਹਿਯੋਗੀ ਸੱਜਣਾਂ ਨੇ ਉਹਨੂੰ ਅਮਰੀਕਾ ਤੱਕ ਹੋਰ ਵਿਦੇਸ਼ਾਂ ਤੱਕ ਇਸ ਨਿਊਜ਼ ਨੂੰ ਪਹੁੰਚਾਇਆ ਕਿ ਕੋਈ ਘਰ ਬਣਾ ਰਹੇ ਆ ਗਰੀਬਾਂ ਦੇ, ਝੌਂਪੜੀਆਂ ਵਾਲਿਆਂ ਦੇ। ਤੇ ਬਾਹਰੋਂ ਫਿਰ ਕਾਫੀ ਮੈਨੂੰ ਸਹਾਇਤਾ ਆਈ, ਸਪੋਰਟ ਆਈ। ਅਣਜਾਣ ਲੋਕਾਂ ਨੇ ਇਸ ਪ੍ਰੋਜੈਕਟ ਨੂੰ ਸਪੋਰਟ ਕੀਤਾ, ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸੀ, ਉਹ ਵੀ ਇਸ ਪ੍ਰੋਜੈਕਟ ਦੇ ਨਾਲ ਕਰਕੇ ਸਾਡੇ ਨਾਲ ਜੁੜੇ। ਫਿਰ ਅਸੀਂ ਇਸ ਦਾ ਨਾਮ ਰੱਖ ਲਿਆ ਹੋਮ ਫॉर ਦੀ ਹੋਮਲੈਸ। ਤੇ ਉਸ ਥਾਂ 'ਤੇ ਅੱਜੋਵਾਲ ਪਿੰਡ ਦੇ ਵਿੱਚ 250 ਪਰਿਵਾਰ ਹੈਗੇ ਆ ਜਿਨ੍ਹਾਂ ਦੇ ਅਸੀਂ ਬਣਾ ਚੁੱਕੇ ਆ। ਤੇ ਉਸ ਤੋਂ ਬਾਅਦ ਹੋਰ ਵੀ ਸ਼ਹਿਰ ਦੇ ਵਿੱਚ ਹੁਸ਼ਿਆਰਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਕਈ ਵਿਧਵਾ ਔਰਤਾਂ ਜਿਹੜੀਆਂ ਬਹੁਤ ਹੀ ਦੁਖੀ ਸਨ, ਬਹੁਤ ਹੀ ਗਰੀਬ ਸਨ, ਕਈ ਤੇ ਮਤਲਬ ਸੁਸਾਈਡ ਦੇ ਕੰਢੇ 'ਤੇ ਪਹੁੰਚੀਆਂ ਹੋਈਆਂ ਸਨ। ਤੇ ਅਸੀਂ ਉਹਨਾਂ ਨੂੰ ਸਹਾਰਾ ਦੇ ਕੇ ਉਹਨਾਂ ਦੇ ਵੀ ਬਣਾਏ। ਤੇ ਅੱਜ ਤੱਕ ਅਸੀਂ 51 ਘਰ ਤੱਕ ਪਹੁੰਚ ਚੁੱਕੇ ਹਾਂ। ਤੇ ਇਹ ਸਾਰਿਆਂ ਦੀ ਹੈਲਪ ਦੇ ਨਾਲ ਪ੍ਰੋਜੈਕਟ ਚੱਲ ਰਿਹਾ ਹੈ। ਤੇ ਦਾਨੀ ਸੱਜਣ, ਇਸ ਤੋਂ ਮੈਨੂੰ ਕਾਫੀ ਤਜਰਬੇ ਵੀ ਹੋਏ ਹਨ ਕਿ ਪਹਿਲਾਂ ਅਸੀਂ ਸੋਚਦੇ ਸੀ ਕਿ ਦਾਨੀ ਸੱਜਣ ਸਿਰਫ ਬਾਹਰ NRI ਜਿਹੜੇ ਉਹ ਵੀ ਹੈਗੇ ਆ, ਤੇ ਪਰ ਉਸ ਤੋਂ ਪਤਾ ਲੱਗਾ ਕਿ ਦਾਨ ਦੀ ਕੋਈ ਉਹ ਭੂਗੋਲਿਕ ਸਥਿਤੀ ਨਹੀਂ ਕਿ ਉੱਥੋਂ ਹੀ ਆਉਣਾ ਹੁੰਦਾ। ਤੇ ਦਾਨ ਕੋਈ ਵੀ ਕਰਦਾ। ਤੇ ਈਵਨ ਹਿੰਦੂ ਕਮਿਊਨਿਟੀ ਦੇ ਵਿੱਚੋਂ ਵੀ ਬਹੁਤ ਪੈਸੇ ਸਾਨੂੰ ਆਏ ਆ, ਸਿੱਖਾਂ ਦੇ ਵਿੱਚੋਂ ਚਲੋ ਜ਼ਿਆਦਾ ਆਏ ਹੈਗੇ। ਤੇ ਸਾਰੇ ਹੀ ਰਲ ਮਿਲ ਕੇ ਦਾਨ ਕਰਦੇ ਆ। ਚੰਡੀਗੜ੍ਹ ਏਰੀਏ ਦੇ ਵਿੱਚੋਂ ਕਲਕੱਤੇ ਤੋਂ ਲੈ ਕੇ USA ਤੱਕ ਕਾਫੀ ਦਾਨੀ ਸੱਜਣਾਂ ਨੇ ਸਾਨੂੰ ਸਪੋਰਟ ਕੀਤਾ, ਜਿਨ੍ਹਾਂ ਦਾ ਕਿ ਮੈਂ ਬਹੁਤ ਧੰਨਵਾਦ ਕਰਦਾ।
ਇੱਕ ਦਿਨ ਮੈਂ ਇੱਥੇ ਖੇਤਾਂ 'ਚ ਤੁਰਿਆ ਜਾ ਰਿਹਾ ਸੀ ਤੇ ਇੱਕ USA ਤੋਂ ਫੋਨ ਆਇਆ, ਕਹਿੰਦੇ ਜੀ ਮੈਂ ਮਨਜੀਤ ਸਿੰਘ ਬੋਲ ਰਿਹਾ USA ਤੋਂ, ਤੇ ਉਹਨਾਂ ਨੇ ਤੁਸੀਂ ਕਹਿੰਦੇ ਮੈਂ ਤੁਹਾਡੀ ਨਿਊਜ਼ ਦੇਖੀ ਹੈ ਇੱਥੇ ਤੇ ਤੁਸੀਂ ਆਪਣਾ ਮੈਨੂੰ ਆਪਣੇ ਬਾਰੇ ਦੱਸੋ ਕਿ ਕੀ ਕਰ ਰਹੇ ਹੋ। ਤੇ ਮੈਂ ਉਹਨਾਂ ਨੂੰ ਕੁਝ ਵੀਡੀਓਜ਼ ਭੇਜੀਆਂ, ਕੁਝ ਨਿਊਜ਼ ਭੇਜੀਆਂ ਤੇ ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਸਾਨੂੰ ਦਾਨ ਕਰੋ, ਸਪੋਰਟ ਕਰੋ ਇਸ ਦੇ ਲਈ। ਅਗਲੇ ਦਿਨ ਉਹਨਾਂ ਦਾ ਆਪੇ ਆਪ ਹੀ ਫੋਨ ਆ ਗਿਆ ਕਿ ਸਾਲਟ ਲੇਕ ਸਿਟੀ ਤੋਂ ਹੈਗੇ ਮਨਜੀਤ ਸਿੰਘ ਜੀ ਤੇ ਬਿਜ਼ਨਸਮੈਨ ਹੈ ਉੱਥੇ ਬੜੇ ਵੱਡੇ, ਤੇ ਮੈਂ 2 ਘਰਾਂ ਦੇ ਪੈਸੇ ਤੁਹਾਨੂੰ ਭੇਜ ਤੇ ਅੱਜ ਤੱਕ ਉਹ 12 ਤੋਂ ਵੱਧ ਘਰ ਬਣਾ ਚੁੱਕੇ ਆ। ਤੇ ਉਸ ਤੋਂ ਬਾਅਦ ਭੈਣ ਜੀ ਸੁਰਿੰਦਰ ਕੌਰ ਜੀ ਹਨ, ਸੁਰਿੰਦਰ ਕੌਰ ਜੀ ਪਵਾਰ, ਉਹ ਤੇ ਉਹਨਾਂ ਦੇ ਹਸਬੈਂਡ ਨੇ ਵੀ 5 ਘਰ ਸਾਨੂੰ ਬਣਾਏ। ਉਹ ਨਿਊ ਜਰਸੀ USA ਰਹਿੰਦੇ ਹੈਗੇ ਤੇ ਇੱਥੋਂ ਚੰਡੀਗੜ੍ਹ ਏਰੀਏ 'ਚੋਂ ਆਹਲੂਵਾਲੀਆ ਸਾਹਿਬ ਚੀਫ ਇਨਕਮ ਟੈਕਸ ਕਮਿਸ਼ਨਰ ਰਿਟਾਇਰਡ ਹੈਗੇ ਆ ਤੇ ਹੁਣ ਉਹਨਾਂ ਨੇ ਕਿਤੇ ਲੰਘਦੇ ਜਾਂਦੇ ਉਹਨਾਂ ਨੇ ਦੇਖਿਆ ਕਿ ਇੱਥੇ ਕੋਈ ਬੰਦਾ ਘਰ ਬਣਾ ਰਿਹਾ ਗਰੀਬਾਂ ਦੇ, ਪ੍ਰੋਜੈਕਟ ਦੇਖ ਕੇ ਗਏ ਤੇ ਹੁਣ ਤੱਕ 5 ਤੋਂ ਵੱਧ ਘਰਾਂ ਦੇ ਲਈ ਉਹ ਸਾਨੂੰ ਸਪੋਰਟ ਕਰ ਚੁੱਕੇ ਆ। ਚੰਡੀਗੜ੍ਹ ਏਰੀਏ ਦੇ ਵਿੱਚੋਂ ਹੀ ਸਾਡੇ BK ਗੋਇਲ ਜੀ ਆ, ਅੰਕੁਸ਼ ਗਰਗ ਹੈ ਇੱਕ ਸੌਫਟਵੇਅਰ ਇੰਜੀਨੀਅਰ, ਇਸ ਤਰ੍ਹਾਂ ਦੇ ਕਾਫੀ ਵਿਅਕਤੀ ਸਾਡੇ ਨਾਲ ਜੁੜੇ ਆ। ਲੋਕਲ ਵੀ ਸਪੋਰਟ ਸਾਨੂੰ ਮਿਲ ਰਹੀ ਹੈ, ਜੋ ਵੀ ਆ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਜੈਕਟ ਚੱਲ ਰਿਹਾ, ਜਿਸ ਦੇ ਵਿੱਚ ਅਸੀਂ ਪ੍ਰੈਫਰੈਂਸ ਦਿੰਦੇ ਹਾਂ ਗਰੀਬ ਲੋਕਾਂ ਨੂੰ ਤਾਂ ਹੈ ਹੀ, ਉਹਨਾਂ ਦੇ ਵਿੱਚੋਂ ਅਸੀਂ ਵਿਧਵਾ ਔਰਤਾਂ, ਅਪਾਹਜ ਅਤੇ ਬਿਲਕੁਲ ਹੀ ਜਿਹੜੇ ਬਹੁਤ ਵੱਡੀਆਂ ਫੈਮਲੀਆਂ ਔਰ ਡਿੱਗੇ ਹੋਏ ਲੋਕ ਆ ਉਹਨਾਂ ਨੂੰ ਹੀ ਦੇ ਰਹੇ ਆ। ਪੱਖਪਾਤ ਕੋਈ ਨਹੀਂ ਕਰਦੇ, ਤਾਂ ਫੈਸਲਾ ਅਸੀਂ ਆਪ ਹੀ ਕਰੀਦਾ, ਕੋਈ ਸਿਫਾਰਿਸ਼ ਨਹੀਂ ਕਿਸੇ ਦੀ, ਕੁਛ ਨਹੀਂ। ਤੇ ਕੰਮ ਤੇ ਵੈਸੇ ਇਹ ਸਰਕਾਰਾਂ ਦੇ ਹੀ ਹਨ ਤੇ ਪਰ ਸਰਕਾਰ ਜਦੋਂ ਆਪਣਾ ਸਹੀ ਤਰ੍ਹਾਂ ਰੋਲ ਨਹੀਂ ਨਿਭਾਉਂਦੀ ਤੇ ਫਿਰ ਮੇਰਾ ਖਿਆਲ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ। ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹਨ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹਨਾਂ ਨੇ ਕਿ ਇਸ ਕਰੋਨਾ ਦੇ ਨਾਜ਼ੁਕ ਸਮੇਂ ਦੇ ਵਿੱਚ ਲੋਕਾਂ ਦੀ ਬਾਂਹ ਫੜੀ ਹੋਈ ਹੈ। ਤੇ ਸਰਕਾਰ ਨਾਂ ਦੀ ਤੇ ਮੈਂ ਖੁੱਲ੍ਹ ਕੇ ਹੀ ਕਹਾਂਗਾ ਕਿ ਕੋਈ ਚੀਜ਼ ਹੀ ਨਹੀਂ ਹੈ। ਸਰਕਾਰ ਤੇ ਇੱਕ ਜਰਾਇਮ ਪੇਸ਼ਾ ਲੋਕਾਂ ਦਾ ਨੈਟਵਰਕ ਬਣ ਕੇ ਰਹਿ ਗਈ ਹੈ, ਜਿਨ੍ਹਾਂ ਦਾ ਕੰਮ ਹੀ ਹੈ ਲੋਕਾਂ ਨੂੰ ਲੁੱਟ ਖਸੁੱਟ ਕਰਨੀ, ਪਬਲਿਕ ਫੰਡਸ ਨੂੰ ਚੋਰੀ ਕਰਨਾ, ਕਿਸੇ ਤਰ੍ਹਾਂ ਉਹ ਦਾਅ 'ਤੇ ਹੀ ਰਹਿੰਦੇ ਹਨ ਤੇ ਗਰੀਬਾਂ ਦੇ ਵੱਲ, ਬਸਤੀਆਂ ਵੱਲ ਤੇ ਉਹ ਜਾਂਦੇ ਹੀ ਨਹੀਂ ਇਹੋ ਜਿਹੀਆਂ ਵੱਲ ਕਦੇ ਕਿ ਇਹ ਵੀ ਹਨ। ਤੇ ਨਾ ਹੀ ਅਸੀਂ ਸੁਣਿਆ ਹੈ ਕਦੇ ਕਿਸੇ ਮੰਤਰੀ ਨੇ ਕਿਸੇ ਦਾ ਘਰ ਬਣਾਇਆ ਹੋਵੇ ਜਾਂ ਕਿਸੇ MLA ਨੇ ਬਣਾਇਆ ਹੋਵੇ। ਜੇ ਹੈ ਤਾਂ ਤੁਸੀਂ ਮੈਨੂੰ ਦੱਸੋ, ਕੋਈ ਉਦਾਹਰਣ ਪੂਰੇ ਪੰਜਾਬ 'ਚ ਵੀ ਨਹੀਂ ਹੈ। ਇਹ ਆਮ ਲੋਕਾਂ ਵੱਲੋਂ ਜਿਹੜੀ ਹੈਗੀ ਹੈ ਲੋਕਾਂ ਦਾ ਦਰਦ ਪਛਾਣਿਆ ਜਾਂਦਾ। ਫਿਰ ਦਾਨ ਦੀ ਪਰਿਭਾਸ਼ਾ ਅਸੀਂ ਸੋਚਦੇ ਹਾਂ ਕਿ ਦਾਨ ਕੀ ਹੈ। ਚੈਰਿਟੀ ਇਜ਼ ਨਾਟ ਹੈਲਪਿੰਗ friends and relatives. Charity is helping unknown people expecting nothing in return. ਦਾਨ ਉਹ ਨਹੀਂ ਯਾਰਾਂ ਦੋਸਤਾਂ ਦੀ ਰਿਸ਼ਤੇਦਾਰਾਂ ਦੀ ਹੈਲਪ ਕਰਨੀ ਹੁੰਦੀ ਹੈ। ਆਮ ਜਿਹੜੇ ਅਣਜਾਣ ਲੋਕ ਹੈ ਜਿਨ੍ਹਾਂ ਨੇ ਤੁਹਾਨੂੰ ਕੋਈ ਆਸ ਨਹੀਂ ਗੀ, ਉਹਨਾਂ ਦੀ ਹੈਲਪ ਕਰਨਾ ਹੀ ਅਸਲੀ ਚੈਰਿਟੀ ਹੈਗੀ ਆ। ਤੇ ਅਸੀਂ ਇਸ ਸੋਚ ਨੂੰ ਨਾਲ ਲੈ ਕੇ ਚੱਲੇ ਹੋਏ ਹਾਂ ਤੇ ਸਾਡਾ ਟੀਚਾ ਹੈ ਇੱਥੇ ਹੁਸ਼ਿਆਰਪੁਰ ਦੇ ਵਿੱਚ 250 ਪਰਿਵਾਰ ਉਸ ਮੁਹੱਲੇ ਦੇ ਵਿੱਚ ਹਨ, ਉਹਨਾਂ ਦੇ ਬਣਾਉਣਾ ਤੇ ਬਾਕੀ ਦੇ ਜਿੰਨੇ ਵੀ ਹੋਰ ਵੀ ਆਸ-ਪਾਸ ਹਨ। ਤੇ ਇੱਕ ਮੈਂ ਦੇਖਦਾ ਕਿ ਸੈਂਕੜੇ ਹੀ ਵਿਧਵਾ ਔਰਤਾਂ ਜਿਹੜੀਆਂ ਸਾਡੇ ਸੰਪਰਕ ਦੇ ਵਿੱਚ ਹਨ ਤੇ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਹਨ ਤੇ ਸ਼ਾਇਦ ਹਜ਼ਾਰਾਂ ਹੀ ਲੋਕ ਇੱਥੇ ਹੁਸ਼ਿਆਰਪੁਰ ਏਰੀਏ ਦੇ ਵਿੱਚ ਹੀ ਹਨ ਡਿਸਟ੍ਰਿਕਟ ਦੇ ਵਿੱਚ, ਜਿਨ੍ਹਾਂ ਕੋਲ ਜਿਹੜੇ ਕਿ ਘਰ ਤੋਂ ਬਿਨਾਂ ਰਹਿ ਰਹੇ, ਕਿਰਾਏ 'ਤੇ ਰਹਿ ਰਹੇ ਆ, ਕੁਛ ਖੁੱਲ੍ਹੇ ਸਮਾਨ 'ਚ ਹੀ ਸੌ ਰਹੇ ਆ। ਤੇ ਇਸ ਵਰਗ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਨਾ ਉਹ ਵਿਚਾਰੇ ਗਰੀਬੀ ਤੰਗੀਆਂ ਦੇ ਵਿੱਚ ਰੁੜ ਕੇ ਪਲਦੇ ਲੋਕ, ਉਹਨਾਂ ਨੂੰ ਕੋਈ ਹਿੰਮਤ ਹੀ ਨਹੀਂ ਹੈ ਕਿ ਉਹ ਸਰਕਾਰੀ ਦਰਬਾਰੇ ਜਾ ਕੇ ਆਪਣਾ ਕੁਛ ਪੱਖ ਰੱਖ ਸਕਣ, ਆਪਣੀ ਮੰਗ ਰੱਖ ਸਕਣ। ਤੇ ਇਸ ਕਰਕੇ ਉਹਨਾਂ ਨੂੰ ਦੀ ਹੈਲਪ ਕਰਨਾ, ਜਿਹੜਾ ਉਹਨਾਂ ਦੀ ਬਾਂਹ ਫੜਨੀ ਹੈ, ਉਹ ਬਹੁਤ ਜ਼ਰੂਰੀ ਹੈ। ਮੈਂ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕਰਦਾ ਕਿ ਤੁਸੀਂ ਇੱਥੇ
ਸਾਡਾ ਪ੍ਰੋਜੈਕਟ ਆ ਕੇ ਦੇਖੋ। ਜਿੰਨੇ NRI ਭਰਾ ਹਨ ਜਿਹੜੇ ਬਾਹਰੋਂ, ਬਹੁਤ ਹੀ ਚੰਗੀ ਗੱਲ ਹੈ ਕਿ ਤੁਸੀਂ ਉਹ ਉੱਥੇ ਬੈਠੇ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬ ਦੇ ਲੋਕਾਂ ਦਾ ਦਰਦ ਮਹਿਸੂਸ ਕਰਦੇ ਹਨ। ਤੇ ਪਰ ਉਹਨਾਂ ਨੂੰ ਚਾਹੀਦਾ ਕਿ ਦਾਨ ਦੀ ਥੋੜ੍ਹੀ ਨਾ ਡਾਇਰੈਕਸ਼ਨ ਬਦਲਣੀ ਚਾਹੀਦੀ ਹੈ, ਤੇ ਤਾਂ ਕਿ ਇਹਦੇ ਵਿੱਚ ਪਾਰਦਰਸ਼ਕਤਾ ਆਵੇ। ਜਿਹੜਾ ਤੁਹਾਡਾ ਪੈਸਾ ਭੇਜਿਆ ਹੋਇਆ ਉਹ 100% ਜਿਹੜਾ ਤੁਸੀਂ ਜਿਸ ਲਈ ਚੀਜ਼ ਲਈ ਭੇਜਿਆ ਉਹ ਉੱਥੇ ਲੱਗਣਾ ਚਾਹੀਦਾ, ਤੇ ਨਾ ਕਿ ਉਹ ਕਿਸੇ ਪਾਸੇ ਹੋਰ ਲੱਗ ਜਾਏ, ਤਾਂ ਕਿ ਉਹਦਾ ਮਿਸਯੂਜ਼ ਨਾ ਹੋਵੇ। ਅਸੀਂ ਇਸ ਸੋਚ ਨੂੰ ਨਾਲ ਲੈ ਕੇ, ਤੇ ਬਾਕੀ ਮੈਂ ਆਪ ਸਭ ਦਾ, ਸਾਰਿਆਂ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪ੍ਰਹਾਰ ਜੀ, ਆਪਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ। ਮੇਰੇ ਬਹੁਤ ਸਾਰੇ ਸਵਾਲਾਤ ਸੀਗੇ ਜਿਹੜੇ ਤੁਸੀਂ ਆਪਣੇ ਜਵਾਬ ਦੇ ਵਿੱਚ ਮੇਰੇ ਸਵਾਲਾਂ ਤੋਂ ਬਗੈਰ ਹੀ ਬੜੇ ਬਖੂਬੀ ਨਾਲ ਦਿੱਤੇ, ਜਿਨ੍ਹਾਂ ਦੇ ਵਿੱਚ ਸੀਗਾ ਕਿ ਕੀ ਪ੍ਰਸ਼ਾਸਨ ਵੱਲੋਂ ਵੀ ਤੁਹਾਡੀ ਕਦੀ ਹੈਲਪ ਕੀਤੀ ਗਈ, ਤੇ ਤੁਸੀਂ ਪ੍ਰਸ਼ਾਸਨ ਦਾ ਵੀ ਦੱਸਿਆ ਕਿ ਕੰਮ ਤਾਂ ਇਹ ਸਰਕਾਰਾਂ ਦੇ ਸੀ, ਪਰ ਸਰਕਾਰਾਂ ਤਾਂ ਅੱਜ ਨਾਕਾਮ ਆ। ਦੂਸਰੀ ਤੁਸੀਂ ਗੱਲ ਕੀਤੀ ਸੀ ਕਿਸੇ ਨੂੰ ਗਰੀਬ, ਅਮੀਰ ਜਾਂ ਮੱਧਵਰਗੀ ਠਹਿਰਾਉਣਾ, ਇਹਦੇ ਵਾਸਤੇ ਨਾ ਤਾਂ ਕੋਈ ਥਰਮਾਮੀਟਰ, ਨਾ ਕੋਈ ਪੈਮਾਨਾ, ਨਾ ਕੋਈ ਗਜ ਹੁੰਦਾ। ਇਹਦੇ ਵਿੱਚ ਤੁਹਾਡੀ ਆਪਣੀ ਟੀਮ, ਤੁਹਾਡੀ ਆਪਣੀ ਜਿਹੜੀ ਆ ਤੁਸੀਂ ਕੰਮ ਕਰਦੇ ਹੋ ਲੋਕਾਂ ਲਈ, ਉਹ ਜਿਹੜੀ ਆਪਣੀ ਤੁਹਾਡੇ ਜੱਜ ਜੀ ਬੰਦੇ ਆ ਜਾਂ ਜਿਹੜੇ ਤੁਹਾਡੇ ਭਾਈਚਾਰੇ ਨੇ ਉਹ ਤੈਅ ਕਰਦੇ ਆ ਵੀ ਇਸ ਬੰਦਾ ਡਿਜ਼ਰਵ ਕਰਦਾ ਕਿ ਨਹੀਂ ਕਰਦਾ, ਇਹਨੂੰ ਬਣਾਉਣਾ ਕਿ ਨਹੀਂ ਬਣਾਉਣਾ। ਇਹੋ ਜਿਹੀਆਂ ਗੱਲਾਂ ਦੇ ਜਵਾਬ ਜਿਹੜੇ ਤੁਸੀਂ ਬਖੂਬੀ ਆਪਣੀ ਇਸ ਵਾਰਤਾਲਾਪ ਦੇ ਵਿੱਚ, ਇਸ ਗੱਲਬਾਤ ਦੇ, ਇਸ ਵਿਚਾਰਾਂ ਦੇ ਆਦਾਨ ਪ੍ਰਦਾਨ ਦਿੱਤੇ ਆ, ਬਹੁਤ ਵਧੀਆ ਗੱਲ ਆ। ਨਾਲ ਦੀ ਨਾਲ ਜਿਹੜਾ ਤੁਸੀਂ ਗੱਲ ਕੀਤੀ ਆ ਆਪਣੇ ਪ੍ਰਵਾਸੀ ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਸਾਡੇ ਵੀਰ, ਉਹਨਾਂ ਨੂੰ ਦਾਨ ਦੇਣ ਸੰਬੰਧੀ ਵੀ ਇੱਕ ਬਹੁਤ ਵੱਡੀ ਪਾਰਦਰਸ਼ਤਾ ਵਾਲੀ ਗੱਲ ਆ। ਇਹ ਅੱਜ ਇੱਕ ਬਹੁਤ ਅਹਿਮ ਵਿਸ਼ਾ ਬਣ ਗਿਆ ਵੀ ਜਾਨੀ ਲੋਕ ਉੱਥੋਂ ਪੈਸੇ ਭੇਜਦੇ ਆ, ਪਰ ਸਾਡੇ ਲੋਕ ਇੱਥੇ ਕਦੇ ਕਿਸੇ ਦੇ ਨਾਂ 'ਤੇ ਕਿਸੇ ਦੇ ਨਾਂ 'ਤੇ ਪੈਸੇ ਮੰਗਵਾ ਕੇ ਆਪਣੇ ਨਿੱਜੀ ਹਿੱਤਾਂ ਲਈ, ਮੁਫਾਦ ਲਈ ਉਹਨੂੰ ਵਰਤਦੇ ਆ। ਇਹ ਵੀ ਤੁਹਾਡੀ ਬਹੁਤ ਵਧੀਆ ਗੱਲ ਕੀਤਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦਾ ਜਵਾਬ ਜਿਹੜਾ ਉਹ ਦਿੱਤਾ। ਤੇ ਦੋਸਤੋ, ਅਸੀਂ ਇਹ ਦੱਸ ਦਈਏ ਜਿੱਥੇ ਵਰਿੰਦਰ ਪ੍ਰਹਾਰ ਜੀ ਇੱਕ ਬਹੁਤ ਹੀ ਵਧੀਆ ਸਮਾਜ ਸੇਵਕ, ਦਿਲੋਂ ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਲੇ, ਆਵਾਮ ਦੀ ਹਿੱਤ ਦੀ ਗੱਲ ਕਰਨ ਵਾਲੇ, ਚਿੰਤਾ ਕਰਨ ਵਾਲੇ, ਚਿੰਤਨ ਕਰਨ ਵਾਲੇ ਆ, ਉੱਥੇ ਇਹ ਇੱਕ ਬਹੁਤ ਵੱਡੇ ਰਾਈਟਰ ਵੀ ਨੇ। ਇਹਨਾਂ ਨੇ ਆਪਣੇ ਇਸ ਜੀਵਨ ਕਾਲ ਦੇ ਵਿੱਚ ਜਿੱਥੇ ਲੋਕਾਂ ਦੀ ਸੇਵਾ ਕੀਤੀ, ਉੱਤੇ ਬੁੱਕਸ ਵੀ ਲਿਖੀਆਂ, ਡਿਫਰੈਂਟ ਜਿਹੜੇ ਵਿਸ਼ੇ ਲੈ ਕੇ ਉੱਤੇ ਬੁੱਕਸ ਲਿਖੀਆਂ। ਆ ਬੁੱਕਸ ਮੇਰੇ ਕੋਲ ਵੀ ਪਈਆਂ ਆ, ਇਹ ਜਿਹੜੀਆਂ ਪ੍ਰਹਾਰ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦਿਖਾਓ, ਆਟੋਬਾਇਓਗ੍ਰਾਫੀ ਆਫ ਦਾ ਡੌਗ ਐਂਡ ਜੇ ਰੱਬ ਜਿਉਂਦਾ ਹੁੰਦਾ, ਕਿਉਂਕਿ ਇਹ ਨਾਸਤਿਕਤਾ ਵਾਲੀ ਗੱਲ ਨਹੀਂ ਹੈ। ਇਹ ਬੁੱਕਸ ਇਹਨਾਂ ਨੇ ਲਿਖੀਆਂ, ਮੈਂ ਸਮਝਦਾ ਇਹ ਜਿੱਥੇ ਇੱਕ ਸਮਾਜ ਸੇਵਾ ਦੇ ਇੱਕ ਪੁੰਜ ਨੇ, ਉੱਥੇ ਆਪਣੇ ਹਾਵ ਭਾਵ ਨੂੰ, ਆਪਣੀਆਂ ਇੰਟਰਨਲ ਭਾਵਨਾ ਨੂੰ ਆਪਣੀ ਕਲਮ ਦੇ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਜਿੱਥੇ ਬੁੱਕਸ ਦਾ, ਮੀਡੀਆ ਦਾ, ਸੋਸ਼ਲ ਮੀਡੀਆ ਦਾ ਜਿਹੜਾ ਸਹਾਰਾ ਲੈਂਦੇ ਆ, ਨਾਲ ਦੀ ਨਾਲ ਉੱਥੇ ਇਹ ਡਿਜ਼ਰਵ ਵੀ ਕਰਦੇ ਨੇ ਵੀ ਇਹਨਾਂ ਦੀ ਕਹੀ ਹੋਈ ਗੱਲ ਜਿਹੜੀ ਆ ਲੋਕਾਂ ਤੱਕ, ਆਵਾਮ ਤੱਕ ਪਹੁੰਚੇ, ਤਾਂ ਕਿ ਇਹੋ ਜਿਹੇ ਸ਼ਖਸੀਅਤਾਂ ਜਿਹੜੀਆਂ ਜਨਹਿਤ ਦੇ ਕੰਮ ਕਰਦੀਆਂ, ਇਹਨਾਂ ਦੀ ਹੌਸਲਾ ਅਫਜ਼ਾਈ ਲਈ ਲੋਕ ਜਿਹੜੇ ਆ ਅੱਗੇ ਆਉਣ, ਔਰ ਜਿਹੜੇ ਲੋਕ ਜ਼ਰੂਰਤਮੰਦ ਆ, ਬੇਘਰੇ ਆ, ਘਰਾਂ ਦੇ ਰਹਿਣ ਲਈ ਨਹੀਂ ਹੈ, ਮਤਲਬ ਬਿਨਾਂ ਛੱਤ ਤੋਂ ਰਹਿੰਦੇ ਆ, ਨੀਲੀ ਛੱਤ ਦੇ, ਉਹਨਾਂ ਦੇ ਹੈਲਪ ਲਈ ਜਦੋਂ ਸੰਸਥਾਵਾਂ, ਸਮਾਜਿਕ ਧਾਰਮਿਕ ਸੰਸਥਾਵਾਂ ਇਹਨਾਂ ਦਾ ਸਹਿਯੋਗ ਕਰ ਰਹੀਆਂ, ਬੇਸ਼ੱਕ ਹੁਣ ਕਰ ਵੀ ਰਹੀਆਂ, ਇਹਨਾਂ ਨੇ ਦੱਸਿਆ, ਤੇ ਜਦੋਂ ਹੋਰ ਕਰਨਗੀਆਂ, ਜਿੱਥੇ ਇਹੋ ਜਿਹੇ ਸ਼ਖਸੀਅਤਾਂ ਇਹਨਾਂ ਦੇ ਅਗਵਾਈ ਦੇ ਵਿੱਚ ਕਰਦੇ ਆ, ਉਹਨਾਂ ਦਾ ਹੋਰ ਵੀ ਹੌਸਲਾ ਹੋਊਗਾ, ਔਰ ਹੋਰ ਲੋਕ ਜਿਹੜੇ ਜ਼ਰੂਰਤਮੰਦ ਆ ਉਹਨਾਂ ਦਾ ਆਸਰਾ ਬਣਨਗੇ, ਔਰ ਉਹਨਾਂ ਦੀ ਜਿਹੜੀ ਆ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਹੋਣਗੇ। ਸੋ ਵਰਿੰਦਰ ਪ੍ਰਹਾਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਇਸ ਮੰਚ ਤੇ ਗੱਲ ਕਰਦੇ ਹਾਂ, ਜੇ ਅਸੀਂ ਕੋਈ ਗੱਲ ਵਿਸਰ ਗਏ ਆ, ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਆ, ਤੇ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇੱਕ ਥੋੜੀ ਜਿਹੀ ਗੱਲ, ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਸਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ, ਇੱਥੇ ਵੀ ਦਾਨੀ ਸੱਜਣ ਹੈਗੇ ਆ, ਉਹਨਾਂ ਨੂੰ ਆਪਣੇ ਦਾਨ ਦੇ ਢੰਗ, ਡਾਇਰੈਕਸ਼ਨ ਉਹ ਬਦਲਣੀ ਚਾਹੀਦੀ ਹੈ। ਤੇ ਆਮ ਹੀ ਅਸੀਂ ਦੇਖਦੇ ਆ ਕਿ ਤੁਹਾਡਾ ਦਿੱਤੇ ਹੋਏ ਦਾਨ ਦੇ ਨਾਲ ਐਡੇ ਵੱਡੇ ਧਾਰਮਿਕ ਸਥਾਨ ਖੜੇ ਕਰ ਦਿੱਤੇ ਗਏ ਹਨ ਪੰਜਾਬ ਦੇ ਵਿੱਚ, ਥਾਂ ਥਾਂ 'ਤੇ, ਜਿਨ੍ਹਾਂ ਦੇ ਵਿੱਚ ਕਿ 50-50, 100-100 AC ਲੱਗਾ ਹੋਇਆ, ਮਹਿਲਾਂ ਵਰਗੇ ਦਰਬਾਰ ਹਾਲ ਬਣੇ ਹੋਏ ਹਨ, ਔਰ ਉਹਨਾਂ ਦੇ ਨਾਲ ਹੀ ਝੁੱਗੀਆਂ 'ਚ ਲੋਕ ਰਹਿ ਰਹੇ ਹਨ। ਤੇ ਜਦੋਂ ਤੁਸੀਂ ਦਾਨ ਦਿੰਦੇ ਹੋ ਤੇ ਤੁਸੀਂ ਇਹ ਵੀ ਦੇਖੋ ਕਿ ਝੁੱਗੀਆਂ ਵਾਲਿਆਂ 'ਤੇ ਵੀ ਥੋੜ੍ਹਾ ਬਹੁਤ ਤਰਸ ਕਰੋ, ਇਹ ਨਾ ਕਿ ਸਿਰਫ ਸੁੱਕੀ ਧਾਰਮਿਕ ਸ਼ਰਧਾ ਜਿਹੜੀ ਹੈਗੀ ਆ ਉਹ ਨਾ ਅਪਣਾਇਆ ਕਰੋ। ਇਹ ਜਿਹੜਾ ਤੁਹਾਡਾ ਦਾਨ ਹੈ ਉਹ ਸਹੀ ਪਾਸੇ ਲੱਗੇ, ਤਾਂ ਹੀ ਉਹ ਪ੍ਰਵਾਨ ਹੋਏਗਾ ਵਾਹਿਗੁਰੂ ਦੀ ਦਰਬਾਰ ਦੇ ਵਿੱਚ। ਤੇ ਆਪ ਸਭ ਦਾ ਮੈਂ ਫਿਰ ਬਹੁਤ ਧੰਨਵਾਦ ਕਰਦਾ, ਤੇ ਮੈਂ ਇਹ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਇਸ ਪਾਸੇ ਆਉਣ, ਸਮਾਜ ਦੀ ਬਾਂਹ ਫੜਨ, ਕਿਉਂਕਿ
ਕਿਸਾਨ ਮੂਵਮੈਂਟ ਚੱਲ ਰਹੀ ਹੈ ਦੇਸ਼ ਦੇ ਵਿੱਚ, ਬਹੁਤ ਲੁੱਟ ਖਸੁੱਟ ਤੇ ਹੋਰ ਜਿਹੜੇ ਇਹੋ ਜਿਹੇ ਜੋ ਨਹੀਂ ਹੋਣਾ ਚਾਹੀਦਾ ਸੀਗਾ। ਚਲੋ ਬਹੁਤਾ ਮੈਂ ਸਿਆਸਤ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਅਸੀਂ ਸਿਰਫ ਆਪਣਾ ਕੰਮ ਸਮਾਜ ਸੇਵਾ ਤੱਕ ਹੀ ਸੀਮਿਤ ਰੱਖਿਆ ਹੋਇਆ ਤੇ ਉਸ ਵਾਦ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੀਦਾ। ਪਰ ਜੇ ਅਸੀਂ ਜਿਹੜੇ ਆਮ ਲੋਕ ਹੈ, ਤੁਸੀਂ ਉਹਨਾਂ ਸਾਰਿਆਂ ਦੇ ਰਲ ਕੇ ਜੇ ਤੁਸੀਂ ਸਿਆਸਤ ਦੇ ਵਿੱਚ ਆਓ ਤੇ ਗਰੀਬਾਂ ਦੀ ਬਾਂਹ ਫੜੋ, ਸਮਾਜ ਦੀ ਖੁੱਲ੍ਹ ਕੇ ਵਿਚਰੋ ਤੇ ਤਾਂ ਹੀ ਇੱਥੇ ਥੋੜ੍ਹੇ ਜਿਹੇ ਚੇਂਜ ਹੋ ਸਕਦੇ ਆ। ਜੇ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਇਹ ਸੋਚ ਕੇ ਬੈਠੇ ਰਹੇ ਕਿ ਸਾਡੇ ਕੋਲ ਤੇ ਸਾਰਾ ਕੁਝ ਹੈ, ਸਿਆਸਤ ਬਹੁਤ ਗੰਦੀ ਚੀਜ਼ ਹੈ, ਇਹ ਜਿਹੜੀ ਸਮਾਜ ਸੇਵਾ ਦੇ ਵਿੱਚ ਲੋਕ ਠੱਗੀਆਂ ਮਾਰ ਜਾਂਦੇ ਹਨ ਤੇ ਜਿਹੜਾ ਕਿ ਇਹੋ ਜਿਹੀ ਸੋਚ ਦੇ ਨਾਲ ਗੱਲ ਨਹੀਂ ਬਣਨੀ। ਹੁਣ ਤੇ ਖੁੱਲ੍ਹ ਕੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਜ਼ਿੰਦਗੀ ਦੇ ਵਿੱਚ ਅਨਲਿਮਿਟਿਡ ਪੋਸੀਬਿਲਿਟੀਜ਼ ਹਨ, ਬੜੀ ਅਸੀਮ ਵਰਲਡ ਹੈ, ਇਹ ਦੁਨੀਆ ਹੈ ਤੇ ਉਹਦੇ ਵਿੱਚ ਹਰ ਇੱਕ ਆਪਣਾ ਰੋਲ ਨਿਭਾ ਸਕਦਾ, ਸਹੀ ਤਰੀਕੇ ਦੇ ਨਾਲ ਨਿਭਾ ਸਕਦਾ ਤੇ ਉਸ ਦੇ ਲਈ ਮੈਂ ਸਾਰਿਆਂ ਨੂੰ ਆਮੰਤਰਿਤ ਕਰਦਾ ਕਿ ਜਿੰਨੇ ਵੀ ਸਹਿਯੋਗੀ ਸੱਜਣ ਹਨ ਸਾਡੇ, ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹੋਰ ਵੀ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰਨ ਤਾਂ ਕਿ ਇਹ ਹਜ਼ਾਰਾਂ ਲੋਕ ਜੋ ਬੇਘਰੇ ਖੁੱਲ੍ਹੇ ਅਸਮਾਨ ਦੇ ਵਿੱਚ ਪੰਜਾਬ ਦੇ ਧਰਤੀ 'ਤੇ ਸੌਂ ਰਹੇ ਹਨ, ਉਹਨਾਂ ਨੂੰ ਅਸੀਂ ਛੱਤ ਦਵਾ ਸਕੀਏ। ਧੰਨਵਾਦ। ਬਹੁਤ ਬਹੁਤ ਧੰਨਵਾਦ ਵਰਿੰਦਰਪਾਲ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ, ਆਵਾਮ ਤੱਕ ਤੁਹਾਡੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਪ੍ਰੇਰਿਤ ਹੋ ਕੇ ਤੁਹਾਡੀ ਇਸ ਕਾਰਵਾਈ ਤੋਂ, ਤੁਹਾਡੇ ਕੀਤੇ ਜਾ ਰਹੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਉਹ ਵੀ ਤੁਹਾਡੇ ਨਾਲ ਜੁੜਨ ਤੇ ਤੁਹਾਡਾ ਜਿਹੜਾ ਇਕੱਲੇ ਤੁਰੇ ਸੇ ਜਿਹੜਾ ਤੁਹਾਡਾ ਕਾਫਲਾ ਬਣਦਾ ਜਾਵੇ। ਦਲਜੀਤ ਅਜਨੋਹਾ, BBC ਪੰਜਾਬ।